Jatinpreet Singh naam hai, and I come from India, Mohali, Chandigarh, Wonderful. and came in 2021. My BSc passed out in 2020, so a recent graduate. ਤੇ ਜਤਨ ਤੁਸੀਂ ਫਟੇ ਚੱਕਦੇ ਹੈ ਨਾਲ ਹੀ ਨਾਲ ਹੁਣ ਤੁਸੀਂ ਐਨਕਲੈਕਸ ਤੁਹਾਡਾ ਪਾਸ ਹੋ ਗਿਆ ਪਹਿਲੀ ਅਟੈਂਪਟ ਦੇ ਵਿੱਚ ਤੇ ਮੁੰਡਾ ਆਰਨ ਹੋ ਗਿਆ ਸਾਡਾ ਹੈ ਸੋ ਮਤਲਬ ਤੁਸੀਂ ਇਹ ਕਹਿਣਾ ਚਾਹੋਗੇ ਜਿਹੜੇ ਇੰਡੀਆ ਵੀ ਬੈਠ ਕੇ ਤੁਹਾਨੂੰ ਸੁਣ ਰਹੇ ਨੇ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਐਨਕਲੈਕਸ ਐਗਜ਼ਾਮ ਤੋਂ ਰਾਈਟ ਇਦਾਂ ਨਹੀਂ ਹੈ ਕਿ ਕੋਈ ਬਹੁਤ ਵੱਡਾ ਹਊਆ ਆ ਗਿਆ ਜਿਸ ਤੋਂ ਤੁਹਾਨੂੰ ਮਤਲਬ ਕਿ ਘਬਰਾਉਣ ਦੀ ਲੋੜ ਹੈਗੀ ਆ ਮੈਨੂੰ ਲੱਗ ਰਿਹਾ ਸੀ, ਮੈਨੂੰ ਖੁਦ ਵੀ ਬਹੁਤ ਡਰ ਲੱਗ ਰਿਹਾ ਸੀ, but when I started the exam, I was calm. ਮੈਨੂੰ ਯੈਸ ਵਰੀ ਵਾਲਾ ਫੇਜ਼ ਇੱਕ ਨਿਕਲ ਗਿਆ ਨਾ। ਹਾਂ ਚਲੋ ਮੁੰਡਾ ਆਪਣੇ ਕੈਰੀਅਰ ਵਿੱਚ ਪੈ ਗਿਆ, ਨਾਓ ਹੀ ਕੈਨ ਬਿਲਕੁਲ ਜਸਟ ਗੋ ਐਂਡ ਡੂ ਹਿਸ ਜੌਬ, ਕੋਈ ਟੈਨਸ਼ਨ ਨਹੀਂ ਹੈ, ਇੱਕ ਰਾਹ ਪੈ ਗਿਆ, ਨਾਓ ਇਟਸ ਜਸਟ ਅ ਸਮੂਥ ਰਾਈਡ ਗੋਇੰਗ ਔਨ ਫੋਰਵਰਡ। that is amazing ਜੇ ਤੁਸੀਂ ਨਰਸਸ ਹੋ ਨਾ ਤੇ ਤੁਸੀਂ ਜਾਓ ਆਪਣੇ ਮਾਰਗੇਜ ਕਰਾਉਣ ਤੇ ਆਪਣੀ ਕਾਰ ਦੀ ਇੰਸ਼ੋਰੈਂਸ ਕੁਝ ਵੀ ਲੈਣ ਹੈ ਨਾ ਨਵੀਂ ਗੱਡੀ ਵੀ ਤੁਸੀਂ ਕਢਾਣੀ ਆ ਉਹਨਾਂ ਨੇ ਚੁੱਪ ਕਰਕੇ ਕਰ ਦੇਣੀ ਹੈ ਕਿ ਆ ਚਲੋ ਬਈ ਨਰਸ ਹੈ ਦੈਟਸ ਇਟ ਗੱਲ ਖਤਮ ਹੋ ਗਈ ਗ੍ਰੈਜੂਏਟ Did my bachelor's from DMC and ਡੀਐਮਸੀ did ਕਿਥੋਂ ਵਿਚ ਡੀਐਮਸੀ ਲੁਧਿਆਣਾ DMC Ludhiana, ਡੀਐਮਸੀ ਲੁਧਿਆਣਾ ਓਕੇ and then did two 1-year courses, one from Seneca and one from Niagara. ਇੱਕ ਗੱਲ ਦੱਸੋ ਕਿ ਜਦੋਂ ਆਪਾਂ ਗੱਲ ਕਰਦੇ ਆ ਨਰਸਿੰਗ ਦੀ ਹੈ ਨਾ ਤੇ ਮੋਸਟ ਆਫ ਦਾ ਟਾਈਮ ਲੋਕੀ ਜਿੱਦਾਂ ਹੀ ਨਰਸਿੰਗ ਦਾ ਨਾਮ ਸੁਣਦੇ ਇੱਕ ਫੀਮੇਲ ਇਮੇਜ ਸਾਹਮਣੇ ਆ ਜਾਂਦੀ ਆ ਹੈ ਸੋ ਮਤਲਬ ਤੁਹਾਨੂੰ ਉਹ ਲੱਗਦਾ ਕਿ ਤੁਹਾਡੀ ਫੈਮਿਲੀ ਸਪੋਰਟ ਨੇ ਤੁਹਾਨੂੰ ਇੱਕ ਦੇਸੇ ਜਿਹੜਾ ਮੇਲ ਸਟਿਗਮਾ ਇਨ ਨਰਸਿੰਗ ਆ ਉਹ ਵੀ ਬ੍ਰੇਕ ਕਰਨ ਦਾ ਉਹਨਾਂ ਨੇ ਹੈਲਪ ਕੀਤੀ ਜੀ ਵਾਓ ਸੋ ਨਰਸਿੰਗ ਦੇ ਨਾਲ ਮੇਰਾ ਸ਼ੁਰੂ ਤੋਂ ਹੀ ਕਾਫੀ ਮਤਲਬ ਮੇਰਾ ਐਕਸਪੀਰੀਅੰਸ ਰਿਹਾ। ਜਿਵੇਂ ਮਾਈ ਮਦਰ ਇਜ਼ ਆਲਸੋ ਨਰਸ, ਸ਼ੀ Oh, ਇਜ਼ that's ਅ ਨਰਸ amazing. ਇਨ PGI Chandigarh, Wow. and my aunt is also a nurse, she is nurse here in Canada in Brampton Civic, but India 'ਚ ਇੱਕ ਥੋੜਾ ਨਰਸਿੰਗ ਨੂੰ ਇੱਕ ਸਾਈਡਲਾਈਨ ਕੀਤਾ ਗਿਆ, ਬਿਲਕੁਲ ਮੰਨਿਆ ਜਾਂ ਸ਼ੋ ਕੀਤਾ ਨਹੀਂ ਜਾਂਦਾ। ਬਿਲਕੁਲ 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 In these Western countries, they have kept nursing on the forefront. ਦੇ ਵੀ ਨਾਲ ਦੇ ਵੀ ਕਿੰਨੇ ਪੜਦੇ ਹੋਏ ਸੀਗੇ ਉਹ ਵੀ ਮੇਰਾ ਪੋਡਕਾਸਟ ਸੁਣਦੇ ਹੋਣਗੇ ਤੇ ਉਹ ਕਿੰਨੇ ਮੁੰਡਿਆਂ ਨੇ ਨਰਸਿੰਗ ਛੱਡ ਦਿੱਤੀ ਹੁਣ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਲਾਈਕ ਦੇ ਆਰ ਹੈਜ਼ੀਟੈਂਟ ਇਹ ਕੋਈ ਈਗੋ ਇਸ਼ੂ ਵੀ ਤੁਹਾਨੂੰ ਲੱਗਦਾ ਕਿ ਕੋਈ ਮਤਲਬ ਫੇਸ ਕਰਨਾ ਪੈਂਦਾ ਨਰਸਿੰਗ ਤਾਂ ਕੁੜੀਆਂ ਦਾ ਨਹੀਂ, ਤੁਸੀਂ ਕੀ ਕਰ ਰਹੇ ਹੋ? I'm ਤੁਸੀਂ ਕੀ like, ਕਰ ਰਹੇ ਹੋ there is this thing, ਜਦੋਂ ਤੁਸੀਂ then again, nursing is ਇੱਥੇ ਫੀਮੇਲਸ ਜ਼ਿਆਦਾ ਨੇ, ਓਕੇ, they see this as a female profession, ਜੋ ਕਿ then again you can't change people's perspective, right? ਬਿਲਕੁਲ You can just help them to able to overcome it, you can't change it. ਲੋਕਾਂ ਨੂੰ ਇਹ ਆਪਾਂ ਇੱਕ ਮੈਸੇਜ ਦੇਣਾ ਕਿ ਪ੍ਰੋਫੈਸ਼ਨ ਹੁੰਦਾ ਇਟਸ ਨਾਟ ਜੈਂਡਰ ਐਸੋਸੀਏਟਡ ਚਾਹੇ ਉਹ ਨਰਸ ਮੇਲ ਹੈ ਫੀਮੇਲ ਹੈ ਅੱਜ ਕੱਲ ਤੇ ਟਰਾਂਸਜੈਂਡਰ LGBTQ ਕਿੰਨੀ ਸਾਰੀ ਉਹਦੇ ਵਿੱਚ ਆ ਗਿਆ ਬਟ ਨਰਸ ਇਜ਼ ਅ ਨਰਸ ਜਦੋਂ ਤੁਸੀਂ ਉਹਦੇ ਨਾਲ ਡੀਲ ਕਰ ਰਹੇ ਹੋ ਰਾਈਟ ਤੁਸੀਂ ਡਾਕਟਰ ਨੂੰ ਡਾਕਟਰ ਦੀ ਤਰ੍ਹਾਂ ਦੇਖਦੇ ਹੋ ਤੇ ਤੁਸੀਂ ਨਰਸ ਨੂੰ ਨਰਸ ਦੀ ਤਰ੍ਹਾਂ ਕਿਉਂ ਨਹੀਂ ਦੇਖਦੇ ਰਾਈਟ Boys are starting to work as RNs. You will see them on Instagrams and on Snapchats on social media. ਯੈਸ Yes. Hello, everyone. This is Taryn. I'm the managing director for Future Building Nursing Prep Center. And today I am here with a podcast series. You guys know Center Stage with Taryn. And in this one, we are going to talk about a very special topic, which is male stigma of nursing. Can you imagine that? Right? ਮਤਲਬ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਅਸੀਂ ਸੋਚਦੇ ਆ ਆਪਾਂ ਨਰਸ ਨੂੰ ਦੇਖ ਕੇ ਆਪਾਂ ਇਹ ਨਹੀਂ ਕਹਿੰਦੇ ਕਿ ਨਰਸ ਹੈ ਆਪਾਂ ਉਹ ਵੀ ਦੇਖਦੇ ਆ ਕਿ ਮੇਲ ਨਰਸ ਹੈ ਇਹ ਫੀਮੇਲ ਨਰਸ ਹੈ ਰਾਈਟ ਸੋ ਅੱਜ ਦਾ ਜਿਹੜਾ ਸਾਡਾ ਪੋਡਕਾਸਟ ਹੈ ਨਾ ਉਹ ਬਹੁਤ ਸਪੈਸ਼ਲ ਹੈ ਐਂਡ ਵਿਲ ਬੀ ਟਾਕਿੰਗ ਟੂ ਆਵਰ ਸਟੂਡੈਂਟ ਜਤਨ ਐਂਡ ਜਤਨਪ੍ਰੀਤ ਸਿੰਘ ਨੇ ਪਹਿਲੀ ਵਾਰੀ ਦੇ ਵਿੱਚ ਐਨਕਲੈਕਸ ਦਾ ਐਗਜ਼ਾਮ ਜਿਹੜਾ ਹੈ 75 ਕੁਐਸਚਨਸ ਦੇ ਨਾਲ ਕਲੀਅਰ ਕੀਤਾ ਐਂਡ ਹੀ ਇਜ਼ ਗੋਇੰਗ ਟੂ ਬੀ ਰਜਿਸਟਰਡ ਨਰਸ ਹੇਅਰ ਤੇ ਅੱਜ ਆਪਾਂ ਜਤਨ ਨਾਲ ਗੱਲਾਂ ਬਾਤਾਂ ਕਰਾਂਗੇ ਇਥੋਂ ਪੋਡਕਾਸਟ ਦੇਖਣਾ ਤੇ ਸ਼ੇਅਰ ਕਰਨਾ ਜ਼ਰੂਰ ਕਰਿਓ ਐਂਡ ਦਿਸ ਇਜ਼ ਗੋਇੰ ਟੂ ਬੀ ਵੈਰੀ ਇੰਟਰਸਟਿੰਗ ਥੈਂਕ ਯੂ All right, guys, I'm here today with another podcast with a very special student. His name is Jatin. And Jatinpreet Singh has recently cracked his NCLEX exam, and that too in first attempt
with 75 questions. So Jatin ਦਾ ਜੀ ਆਇਆਂ ਨੂੰ ਹੈ ਬ੍ਰੈਂਪਟਨ ਤੋਂ, ਤੇ ਆਓ ਆਪਾਂ ਸਾਰੇ ਹੁਣ ਗੱਲਾਂ ਕਰੀਏ ਜਤਿਨ ਦੇ ਨਾਲ। ਸੋ ਜਤਿਨ, ਬਹੁਤ ਬਹੁਤ ਕੰਗ੍ਰੈਚੁਲੇਸ਼ਨਸ, ਤੇ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਸਾਡੇ ਸਾਰੇ ਆਡੀਅנס ਨੂੰ। Thank you so much, Taran, and thanks for having me here today. Jatinpreet Singh naam hai, and I come from India, Mohali, Chandigarh, and came in 2021. Wow. Did my BSc, passed out in 2020, so a recent graduate. And did my bachelor's from DMC, and DMC ਕਿਥੋਂ? Which DMC? DMC Ludhiana? DMC Ludhiana. DMC Ludhiana, okay. And then did 2 1-year courses, one from Seneca and one from Niagara. Okay, ਕਿਹੜੇ ਕੋਰਸਸ ਸੀਗੇ ਜਤਿਨ, ਦੱਸੋਗੇ ਆਡੀਅנס ਨੂੰ ਕਿ ਤੁਸੀਂ ਕਿਹੜਾ ਕੋਰਸ ਕੀਤਾ ਸੀਗਾ? So in Niagara it was palliative care multidisciplinary. Okay. And in Seneca it was chronic disease management. Awesome. ਤੇ ਜਿਹੜੇ ਤੁਸੀਂ ਦੋਨੋਂ ਕੋਰਸਸ ਕੀਤੇ ਆ ਉਹਨਾਂ ਨੇ ਤੁਹਾਨੂੰ ਐਲੀਜੀਬਿਲਟੀ ਲੈਣ ਦੇ ਵਿੱਚ ਹੈਲਪ ਕੀਤੀ ਤੁਹਾਡੇ ਐਗਜ਼ਾਮ ਦੀ? ਐਕਚੁਅਲੀ ਮੈਂ ਕਿਉਂਕਿ ਦੋਨੋਂ ਕੋਰਸਿਸ NNAS ਦੇ ਨਾਲ ਮੈਂ ਐਡ ਨਹੀਂ ਸੀ ਕਰਾ ਪਾਇਆ, ਬਿਕੋਜ਼ ਮੈਂ NNAS ਪਹਿਲਾਂ ਸ਼ੁਰੂ ਕਰਤਾ ਸੀ। ਓਕੇ। ਸੋ ਦੈਟਸ ਵਾਈ CNO ਨੇ ਮੈਨੂੰ ਐਲੀਜੀਬਿਲਟੀ ਨਹੀਂ ਦਿੱਤੀ, ਬਟ ਆਈ ਗੋਟ ਦ ਐਲੀਜੀਬਿਲਟੀ ਫਰੋਮ ਦ ਨਿਊਯਾਰਕ ਬੋਰਡ, ਕਿਉਂਕਿ ਮੈਂ ਉਦੋਂ ਦੋਵਾਂ ਚ ਅਪਲਾਈ ਕਰਤਾ ਸੀ, ਬਿਕੋਜ਼ ਆਈ ਨਿਊ ਕਿ NNAS ਥੋੜਾ ਟਾਈਮ ਲੈਂਦਾ, ਐਂਡ ਸੋ one of my seniors, he mentored me regarding this. So he said ਕਿ NNAS ਜਲਦੀ ਸ਼ੁਰੂ ਕਰ ਦਿਓ, ਕਿਉਂਕਿ NNAS ਕਾਫੀ ਟਾਈਮ ਲੈ ਲੈਂਦਾ। Oh, that's amazing. ਮਤਲਬ ਤੁਸੀਂ ਆਪਣਾ ਬਹੁਤ ਟਾਈਮ ਬਚਾਇਆ। ਤੁਸੀਂ NNAS ਫਿਰ ਕਦੋਂ ਸ਼ੁਰੂ ਕਰਤਾ ਸੀਗਾ? I did NNAS in 2021, around August ਦੇ ਵਿੱਚ। Okay, ਮਤਲਬ ਤੁਸੀਂ after coming here ਤੁਸੀਂ ਮਤਲਬ ਆ ਕੇ ਫਿਰ ਨਾਲ ਦੀ ਨਾਲ ਤੁਸੀਂ ਸ਼ੁਰੂ ਕਰਤਾ। And that's good, you saved your time, right? ਤੇ ਹੁਣ ਤੁਹਾਡੇ ਕੋਰਸਸ ਹੁਣੇ ਫਿਨਿਸ਼ ਹੀ ਹੋਏ ਆ? Yeah, I finished my courses in August this year. August, okay. And in like 2022. That's nice. I'm done with NCLEX now. ਤੇ ਜਤਿਨ ਤੁਸੀਂ ਫਟੇ ਚੱਕਤੇ ਹੈ ਨਾਲ ਹੀ ਨਾਲ, ਹੁਣ ਤੁਸੀਂ NCLEX ਤੁਹਾਡਾ ਪਾਸ ਹੋ ਗਿਆ ਪਹਿਲੀ ਅਟੈਂਪਟ ਦੇ ਵਿੱਚ, ਤੇ ਮੁੰਡਾ RN ਹੋ ਗਿਆ ਸਾਡਾ ਹੈ। ਸੋ ਕਿੱਦਾਂ ਦੀ ਫੀਲਿੰਗ ਆ ਰਹੀ ਹੈ, ਤੇ ਘਰਦਿਆਂ ਨੂੰ ਕਿੱਦਾਂ ਦੀ ਫੀਲਿੰਗ ਆ ਰਹੀ ਹੈ? I talked to my parents today itself. Yeah, ਸਵੇਰੇ ਗੱਲ ਹੋਈ ਸੀ। They were happy. They were like ਕਿ ਹਾਂ ਚਲੋ ਮੁੰਡਾ ਆਪਣੇ ਕਰੀਅਰ ਵਿੱਚ ਪੈ ਗਿਆ, now he can just go and do his job, ਕੋਈ ਟੈਨਸ਼ਨ ਨਹੀਂ ਹੈ, ਇੱਕ ਰਾਹ ਪੈ ਗਿਆ, now it's just a smooth ride going on forward now. That is amazing, that is amazing. ਜਤਿਨ ਅੱਜ ਇਸ ਪੋਡਕਾਸਟ ਦੇ ਵਿੱਚ ਨਾ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਤੇ ਆਪਾਂ ਮਤਲਬ ਖੁੱਲ ਕੇ ਤੁਸੀਂ ਆਪਣੇ ਜਿਹੜੇ ਦਿਲ ਦੇ ਵਿਚਾਰ ਹੋ ਸਾਡੇ ਨਾਲ ਤੇ ਸਾਡੀ ਆਡੀਅנס ਨਾਲ ਹੈ ਨਾ ਸਾਰਿਆਂ ਦੇ ਨਾਲ ਸਾਂਝੇ ਕਰਨਾ। ਇੱਕ ਗੱਲ ਦੱਸੋ ਕਿ ਜਦੋਂ ਆਪਾਂ ਗੱਲ ਕਰਦੇ ਆ ਨਰਸਿੰਗ ਦੀ ਹੈ ਨਾ, ਤੇ ਮੋਸਟ ਆਫ ਦਾ ਟਾਈਮ ਲੋਕੀ ਜਿੱਦਾਂ ਹੀ ਨਰਸਿੰਗ ਦਾ ਨਾਮ ਸੁਣਦੇ ਇੱਕ ਫੀਮੇਲ ਇਮੇਜ ਸਾਹਮਣੇ ਆ ਜਾਂਦੀ ਆ, ਹੈ ਨਾ? ਸੋ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਆਪਾਂ ਥੋੜੀ ਬੈਕਗ੍ਰਾਉਂਡ ਤੋਂ ਪਿੱਛੇ ਤੋਂ ਸ਼ੁਰੂ ਕਰਦੇ ਆ ਕਿ ਜਦੋਂ ਤੁਸੀਂ ਨਰਸਿੰਗ ਕਿਉਂ ਚੁਣੀ? Actually, my mother is also a nurse. She is a nurse in PGI Chandigarh. Wow. And my aunt is also a nurse. She is nurse here in Canada, in Brampton Civic. Wow. So nursing ਦੇ ਨਾਲ ਮੇਰਾ ਸ਼ੁਰੂ ਤੋਂ ਹੀ ਕਾਫੀ ਮਤਲਬ ਮੇਰਾ ਐਕਸਪੀਰੀਅੰਸ ਰਿਹਾ, ਜਿਵੇਂ ਮਦਰ ਸੀਗੇ, I knew what kind of work it is, ਕਿਹੋ ਜਿਹੀਆਂ difficulties ਜਾਂ what's the expectation there. Right. So in 12th medical ਲਈ, after that did my exam ਜਿਹੜਾ entrance ਹੁੰਦਾ for nursing, so ਉਹਦੇ ਵਿੱਚ DMC ਸੀਟ ਮਿਲੀ। I knew ਕਿ nursing ਦੇ ਵਿੱਚ ਕੀ ਸਕੋਪ ਹੈ, ਥੋੜਾ ਮਦਰ ਨੇ ਥੋੜਾ ਆਂਟ ਨੇ ਗਾਈਡ ਕੀਤਾ, like you can go forward with it, ਬਾਹਰ ਹੋਰ ਸਕੋਪ ਜ਼ਿਆਦਾ ਹੈ, ਇੰਡੀਆ 'ਚ ਵੀ ਸਕੋਪ ਹੈ, ਬਟ ਇੰਡੀਆ 'ਚ you know ਇੱਕ ਥੋੜਾ ਨਰਸਿੰਗ ਨੂੰ ਇੱਕ ਸਾਈਡ ਲਾਈਨ ਕੀਤਾ ਗਿਆ। ਬਿਲਕੁਲ ਨਰਸਿੰਗ ਨੂੰ ਫਰੰਟ ਲਾਈਨਸ ਤੇ ਉਹਨਾਂ ਦਾ ਇੰਨਾ ਇੰਪੈਕਟ ਨਹੀਂ ਮੰਨਿਆ ਜਾਂਦਾ, ਬਟ ਉਹ ਮੰਨਿਆ ਨਹੀਂ ਜਾਂਦਾ ਜਾਂ ਸ਼ੋਅ ਨਹੀਂ ਕੀਤਾ ਜਾਂਦਾ। ਇੰਪੈਕਟ ਬਹੁਤ ਹੈ, ਲੇਕਿਨ ਉਹ ਮੰਨਿਆ ਜਾਂ ਸ਼ੋਅ ਕੀਤਾ ਨਹੀਂ ਜਾਂਦਾ। ਬਿਲਕੁਲ। In these Western countries, they have kept nursing on the forefront. Yes. Even with the physicians. Physicians are sometimes not there at the scene. Nurses are always there. So ਉੱਥੇ ਇੱਕ nurses ਨੂੰ ਜਿਹੜੀ ਇੱਕ forefront ਤੇ ਦਿਖਾਇਆ that yes, there are frontline workers. They are the first line of defense that we have got in our healthcare system. That's what motivated me ke haan, you know, let's go out, there's a lot of scope out there,
lot ਤੁਹਾਨੂੰ of ਕਰਨਾ ਚਾਹੀਦਾ ਮਤਲਬ ਤੁਹਾਨੂੰ ਕਾਫੀ widowability. ਇਨਸਪੀਰੇਸ਼ਨ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਫੈਮਿਲੀ ਤੋਂ ਆਈ ਹੈ ਨਾ ਮੋਸਟ ਆਫ ਦਾ Mhm. ਟਾਈਮ ਸੋ ਮਤਲਬ ਤੁਹਾਨੂੰ ਉਹ ਲੱਗਦਾ ਕਿ ਤੁਹਾਡੀ ਫੈਮਿਲੀ ਸਪੋਰਟ ਨੇ ਤੁਹਾਨੂੰ ਇੱਕ ਦਿਸੇ ਜਿਹੜਾ ਮੇਲ ਸਟਿਗਮਾ ਇਨ ਨਰਸਿੰਗ ਹੈ ਉਹ ਵੀ ਬ੍ਰੇਕ ਕਰਨ ਦਾ ਉਹਨਾਂ ਨੇ ਹੈਲਪ ਕੀਤੀ ਜੀ I talked to my mother. She was ਜਦੋਂ ਹਾਲੇ ਮੈਂ ਨਰਸਿੰਗ ਚ ਐਡਮਿਸ਼ਨ ਲੈਣਾ ਸੀ, she was like ਕਿ ਹਾਂ you can do it, it's okay, ਪਰ ਇਹਦੇ ਵਿੱਚ ਇਹ ਵੀ ਹੋਊਗਾ people are gonna say like ਨਰਸਿਸ ਤਾਂ ਫੀਮੇਲਸ ਦਾ ਨਹੀਂ ਹੈਗਾ, ਤੁਸੀਂ ਕੀ ਕਰ ਰਹੇ ਹੋ ਇੱਥੇ? ਹਾਂਜੀ ਹਾਂਜੀ ਇਟ ਵਾਸ ਟਰੂਥ ਲਾਈਕ ਜਦੋਂ ਸਾਡੀ ਬਿਲਕੁਲ ਕਲੀਨਿਕਲ ਪੋਸਟਿੰਗਸ ਹੁੰਦੀਆਂ ਸੀ ਐਂਡ ਵੀ ਯੂਜ਼ਡ ਟੂ ਗੋ ਐਂਡ ਦੇ ਵਰ ਲਾਈਕ ਆਰ ਯੂ ਅ ਡਾਕਟਰ? ਆਈ ਵਾਸ ਲਾਈਕ ਨੋ, ਆਈ ਐਮ ਅ ਨਰਸਿੰਗ ਸਟੂਡੈਂਟ ਐਂਡ ਆਈ ਐਮ ਗੋਇੰਗ ਟੂ ਟੇਕ ਕੇਅਰ ਆਫ ਯੂ ਟੂਡੇ। ਐਂਡ ਯੈਸ ਨਰਸਿੰਗ ਤਾਂ ਕੁੜੀਆਂ ਦਾ ਨਹੀਂ, ਤੁਸੀਂ ਕੀ ਕਰ ਰਹੇ ਹੋ? ਆਈ ਐਮ ਲਾਈਕ ਤੁਸੀਂ ਕੀ ਕਰ ਰਹੇ ਹੋ ਹਾਂ ਬਿਲਕੁਲ ਬਿਲਕੁਲ ਮੁੰਡੇ ਬਿਲਕੁਲ ਵੀ ਹੁਣ ਨਰਸਿੰਗ ਕਰ ਰਹੇ ਹੈ, ਇਟਸ ਨਾਟ ਸਪੈਸੀਫਾਈਡ, ਦ ਬਿਲਕੁਲ ਪ੍ਰੋਫੈਸ਼ਨ ਇਜ਼ ਨਾਟ ਸਪੈਸੀਫਾਈਡ ਕਿ ਹਾਂ ਇੱਕ ਮੇਲ ਪ੍ਰੋਫੈਸ਼ਨ ਹੈ ਜਾਂ ਫੀਮੇਲ ਪ੍ਰੋਫੈਸ਼ਨ ਹੈ। ਡਾਕਟਰਸ ਵਿੱਚ ਵੀ ਮੇਲ ਐਂਡ ਫੀਮੇਲ ਹੈ, ਸੋ ਨਰਸਿੰਗ ਚ ਵੀ ਮੇਲ ਐਂਡ ਫੀਮੇਲ ਹੈ। ਬਿਲਕੁਲ ਬਿਲਕੁਲ ਐਂਡ ਜਤਨ ਇਹ ਪੋਡਕਾਸਟ ਦਾ ਇਹ ਹੈ ਕਿ ਤੁਹਾਨੂੰ ਜਿਹੜੇ ਲੋਕੀ ਸੁਣਨਗੇ ਅੱਜ ਤੁਹਾਡੇ ਤੋਂ ਬਹੁਤ ਸਾਰੀ ਇਨਸਪੀਰੇਸ਼ਨ ਲੈਣਗੇ ਤੇ ਲੋਕਾਂ ਨੂੰ ਇਹ ਆਪਾਂ ਇੱਕ ਮੈਸੇਜ ਦੇਣਾ ਕਿ ਪ੍ਰੋਫੈਸ਼ਨ ਪ੍ਰੋਫੈਸ਼ਨ ਹੁੰਦਾ ਇਟਸ ਨਾਟ ਜੈਂਡਰ ਐਸੋਸੀਏਟਡ ਚਾਹੇ ਉਹ ਨਰਸ ਮੇਲ ਹੈ ਫੀਮੇਲ ਹੈ ਅੱਜ ਕੱਲ ਤੇ ਟਰਾਂਸਜੈਂਡਰ ਐਲਜੀਬੀਟੀ ਕਿਊ ਕਿੰਨੀ ਸਾਰੀ ਉਹਦੇ ਵਿੱਚ ਆ ਗਿਆ ਬਟ ਨਰਸ ਇਜ਼ ਅ ਨਰਸ ਜਦੋਂ ਤੁਸੀਂ ਉਹਦੇ ਨਾਲ ਡੀਲ ਕਰ ਰਹੇ ਹੋ ਰਾਈਟ ਇਹ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਮੇਰਾ ਆਪਣਾ ਵੀ ਪਰਸਨਲ ਐਕਸਪੀਰੀਅੰਸ ਇਹ ਰਿਹਾ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿੱਦਾਂ ਖਾਸ ਕਰਕੇ ਆਪਣੀ ਜਿੱਦਾਂ ਪੰਜਾਬੀ ਕਮਿਊਨਿਟੀ ਦੇ ਲੋਕ ਹੁੰਦੇ ਆ ਹਨਾ ਕਿਉਂਕਿ I have seen lots of male nurses from Kerala, and all that Malayalam community or Malayali community they are coming from. ਉੱਥੇ ਲੋਕਾਂ ਨੂੰ ਫਿਰ ਵੀ ਐਕਸੈਪਟੈਂਸ ਹੋ ਗਈ ਆ ਹੈਨਾ ਤੇ ਆਪਣੇ ਮੇਰੇ ਵੀ ਨਾਲ ਦੇ ਵੀ ਕਿੰਨੇ ਪੜਦੇ ਹੋਏ ਸੀਗੇ ਉਹ ਵੀ ਮੇਰਾ ਪੋਡਕਾਸਟ ਸੁਣਦੇ ਹੋਣਗੇ ਤੇ ਉਹ ਕਿੰਨੇ ਮੁੰਡਿਆਂ ਨੇ ਨਰਸਿੰਗ ਛੱਡ ਦਿੱਤੀ ਹੁਣ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਲਾਈਕ ਦੇ ਆਰ ਹੈਜ਼ੀਟੈਂਟ ਇਹ ਕੋਈ ਈਗੋ ਇਸ਼ੂ ਵੀ ਤੁਹਾਨੂੰ ਲੱਗਦਾ ਕਿ ਕੋਈ ਮਤਲਬ ਫੇਸ ਕਰਨਾ ਪੈਂਦਾ ਇਸ ਚੀਜ਼ ਨੂੰ ਮਤਲਬ ਕੀ ਹੁੰਦਾ ਮਤਲਬ ਇਫ ਯੂ ਹੈਵ ਥੋੜੀ ਜਿਹੀ ਚਾਨਣਾ ਪਾ ਸਕੋ ਤਾਂ देयर इज दिस थिंग ਜਦੋਂ ਤੁਸੀਂ then again nursing is ਇੱਥੇ ਫੀਮੇਲਸ ਜ਼ਿਆਦਾ ਨੇ, ਓਕੇ ਦੇ ਹਾਂਜੀ ਸੀ ਦਿਸ ਐਜ਼ ਅ ਫੀਮੇਲ profession ਜੋ ਕਿ then again you can't change people's perspective, right? ਬਿਲਕੁਲ You can ਬਿਲਕੁਲ just help them to able to overcome it, you can't change it. ਆਪਾਂ So ਚੇਂਜ ਕਰ ਦੇਣਾ ਇਸ ਪੋਡਕਾਸਟ ਦੇ ਆਪਾਂ ਕਰਾਂਗੇ ਨਾਲ ਦੈਟਸ ਰਾਈਟ ਤਾਂ ਉਦੋਂ ਜਦੋਂ ਤੁਸੀਂ ਕੰਮ ਕਰ ਰਹੇ ਹੋ ਉਹ ਤੇ ਕੋਈ ਆ ਕੇ ਤੁਹਾਨੂੰ ਗੱਲ ਕਹਿੰਦਾ, some of them they really just don't know, ਹਮ some of them don't know and they ask a genuine question, ਰਾਈਟ others they make fun of you. ਦੇ ਹੁਣ ਮੇਕ ਇਹ ਫਨ ਆਫ ਯੂ ਤੁਹਾਡੇ ਤੇ ਹੈ, ਹਮ you are going to take that as like a chance of educating them ਯੈਸ that yes, this is a profession like all the other professions there are, ਕਿ ਇੱਥੇ ਤੁਸੀਂ ਇਹ ਚੀਜ਼ ਨਹੀਂ ਹੈ ਤੇ ਅਗਰ ਹੈ ਵੀ ਹੈ then you can't take it negatively. ਬਿਲਕੁਲ ਇਹ ਤੁਸੀਂ ਐਂ ਖਰੀ ਗੱਲ ਕੀਤੀ ਹੈ ਕਿ ਆਪਣੀ ਪਰਸੈਪਸ਼ਨ ਤੇ ਹੈ ਮਤਲਬ ਕਿ ਮੈਨੂੰ ਲੱਗਦਾ ਕਿ ਜਿਹੜੇ ਲੋਕੀ ਜਾਂ ਤੇ ਦਿਲ ਤੇ ਲੈ ਜਾਂਦੇ ਆ ਉਹ ਪ੍ਰੋਫੈਸ਼ਨ ਛੱਡ ਦਿੰਦੇ ਆ ਹੈਨਾ ਤੇ ਜਿਨ੍ਹਾਂ ਨੇ ਦਿਲ ਤੇ ਨਹੀਂ ਲਿੱਤੀ ਉਹਨਾਂ ਨੂੰ ਤੁਸੀਂ ਬਿਲਕੁਲ ਸਹੀ ਕਿਹਾ ਕਿ ਦਿਸ ਇਜ਼ ਵਨ ਆਫ ਦ ਵੇਜ਼ ਵੀ ਕੈਨ ਐਜੂਕੇਟ ਪੀਪਲ ਜਿੱਦਾਂ ਹੁਣ ਡਾਕਟਰ ਹੈ ਹੁਣ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੁਸੀਂ ਇਹ ਥੋੜੀ ਕਹਿੰਦੇ ਹੋ ਕਿ ਇਹ ਫੀਮੇਲ ਡਾਕਟਰ ਜਾਂ ਮੇਲ ਡਾਕਟਰ ਹੈ ਰਾਈਟ ਤੁਸੀਂ ਡਾਕਟਰ ਨੂੰ ਡਾਕਟਰ ਦੀ ਤਰ੍ਹਾਂ ਦੇਖਦੇ ਹੋ ਤੇ ਤੁਸੀਂ ਨਰਸ ਨੂੰ ਨਰਸ ਦੀ ਤਰ੍ਹਾਂ ਕਿਉਂ ਨਹੀਂ ਦੇਖਦੇ ਰਾਈਟ Yeah, ਸੋ ਬਹੁਤ ਬਹੁਤ ਤੁਹਾਡਾ ਵਧੀਆ ਮੈਸੇਜ ਹੈ ਜਤਿਨ ਐਂਡ ਜਤਿਨ ਜੋ ਤੁਹਾਡੇ ਕਲਾਸਮੇਟਸ ਤੁਹਾਨੂੰ ਸੁਣ ਰਹੇ ਹੋਣਗੇ ਹਨਾ ਤੁਹਾਡੇ ਤੋਂ ਅੱਜ ਇਨਸਪੀਰੇਸ਼ਨ ਲੈਣਗੇ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕਿੰਨਾ ਕੁ ਤੁਹਾਨੂੰ ਔਖਾ ਲੱਗਿਆ ਤੁਹਾਡੀ ਨਰਸਿੰਗ ਜਰਨੀ ਹੈ ਐਨਕਲੈਕਸ ਐਗਜ਼ਾਮ ਕਿੰਨਾ ਕੁ ਔਖਾ ਸੀਗਾ I would say like NCLEX hai, yeah, it's an entrance exam into the nursing profession. Of Yes. course ਇਹਨੂੰ lightly ਨਹੀਂ ਲੈਣਾ because this is to like standard set ਕਰਨ ਲਈ ਹੈ ਇੱਕ, ਬਿਲਕੁਲ there ਬਿਲਕੁਲ should that's be true a standard ਤੇ standard set ਕਰਨ ਲਈ ਹੈ, that's a very good thing, ਬਿਲਕੁਲ but ਇਹਨੂੰ ਬਹੁਤ lightly ਨਹੀਂ ਲੈਣਾ ਕਿ ਹਾਂ ਕੋਈ ਨਹੀਂ entrance test ਹੈ, but ਇਹ ਬਹੁਤ ਜ਼ਿਆਦਾ difficult ਚੀਜ਼ ਨਹੀਂ ਹੈ। ਬਿਲਕੁਲ if you are doing good in your profession, you are taking things information ਤੁਸੀਂ soak ਕਰ ਰਹੇ ਹੋ, ਤੁਸੀਂ ਉਹਨੂੰ just basis on logic ਲੈ ਰਹੇ ਹੋ, ਤੁਸੀਂ understand ਕਰ ਰਹੇ ਹੋ ਚੀਜ਼ਾਂ ਨੂੰ, it's not a really difficult exam I would say, ਕਿਉਂਕਿ ਰਾਈਟ ਜਿੰਨੀ ਤੁਸੀਂ during the 4 years of bachelor's ਜਾਂ GNM ਜਾਂ whatever ਤੁਸੀਂ ਜੋ ਵੀ education ਲੈ ਰਹੇ ਹੋ, it helps you, it makes you fit to give this exam। ਹਾਂ ਤੁਹਾਨੂੰ ਲੱਗ ਰਿਹਾ ਹੈ ਕਿ ਕਿਤੇ ਤੁਹਾਡੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਡਿਊਰਿੰਗ ਯੋਰ ਐਜੂਕੇਸ਼ਨ ਵਿਚ देयर ਕੁਡ ਬੀ, ਤੁਸੀਂ ਕੋਚਿੰਗ ਲਓ, ਤੁਸੀਂ ਖੁਦ ਪੜੋ ਯੈਸ ਤੇ ਤੁਸੀਂ ਬਸ ਲੌਜਿਕ ਨਾ ਸੋਚਣਾ, ਤੁਸੀਂ ਜੋ ਮੈਡੀਕਲ ਇੰਟਰਵੈਂਸ਼ਨਸ ਹੈ ਦੇ ਆਰ ਪਿਓਰਲੀ ਬੇਸਡ ਔਨ ਕਾਮਨ ਸੈਂਸ।
ਬਿਲਕੁਲ। ਜੋ ਉਹਨੂੰ ਹੋ ਰਿਹਾ ਉਸ ਹਿਸਾਬ ਨਾਲ ਉਹਦੀ ਇੰਟਰਵੈਂਸ਼ਨ ਹੈ, ਨਥਿੰਗ ਡਿਫਿਕਲਟ ਅਬਾਊਟ ਇਟ, ਨਥਿੰਗ ਕਿ ਕੋਈ ਤੀਜੀ ਚੀਜ਼ ਆ ਗਈ, ਉਹ ਨਹੀਂ ਹੈ। But they're not gonna ask you any rocket science, है ना? कोई rocket science ही उन्होंने पूछ लेनी, सिर्फ No. नर्सिंग ਦੀ ਗੱਲ ਹੀ ਹੈ ਜੋ ਉਹਨਾਂ ਨੇ ਤੁਸੀਂ ਪੁੱਛਣੀ ਹੈ। ਪ੍ਰਿਪੇਅਰ ਕਰਕੇ ਚਲੇ ਵੀ ਜਾਓਗੇ, ਉਹਨਾਂ ਨੇ ਕੁਝ ਨਹੀਂ ਪੁੱਛਣਾ, ਤੇ ਜਸਟ ਆਸਕ ਯੂ ਬੇਸਿਕਸ। ਤੁਹਾਡੇ ਬੇਸਿਕਸ ਕਲੀਅਰ ਹੋਣ, ਯੂ ਆਰ ਗੋਇੰਗ ਟੂ ਪਾਸ ਇਟ, ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। That's so true. Thank you ਜਤਿਨ ਇਹ ਸਾਰਾ ਐਕਸਪੀਰੀਅੰਸ ਸ਼ੇਅਰ ਕਰਨ ਲਈ। ਸੋ ਜਤਿਨ ਮੇਰਾ ਸਵਾਲ ਇਹ ਹੈ, ਤੁਸੀਂ ਬ੍ਰੈਂਪਟਨ ਬੈਠੇ ਹੋ ਹੈ ਨਾ, ਬ੍ਰੈਂਪਟਨ ਬੜੇ ਸਾਰੇ ਪ੍ਰੋਵਾਈਡਰਸ ਨੇ ਜਿਹੜੇ ਕਹਿੰਦੇ ਅਸੀਂ ਐਨਕਲੈਕਸ ਕਰਾ ਦਾਂਗੇ। ਸੋ ਤੁਸੀਂ FBNPC ਨੂੰ ਕਿਉਂ ਚੁਣਿਆ? Not even in Brampton, because मैं ਜਦੋਂ ਇੰਡੀਆ ਤੋਂ ਆਇਆ ਸੀ, I knew there are also providers in India In India also. ਜਿਨ੍ਹਾਂ ਤੋਂ ਬੱਚੇ ਕੋਚਿੰਗ ਲੈਂਦੇ ਆ, and I'm not ਹਾਂਜੀ। going to say ਕਿ ਹਾਂ they are subpar in any kind or they don't teach you good. Everyone is going to teach you good, everyone is going to teach you to the best of their capability. Absolutely, absolutely, 100% ਗੱਲ correct. ਇੱਥੇ ਆ ਜਾਂਦੀ ਹੈ, some of the courses that the agencies are providing, either they are too long or they are too short. Yes. ਸੋ ਜਿਹੜਾ ਇੱਕ ਆਪਟੀਮਮ ਟਾਈਮ ਹੈ ਕਿ 3 ਮਹੀਨੇ ਚ ਯੂ ਡੋਂਟ ਫੀਲ ਕਿ ਹਾਂ ਆਈ ਐਮ ਲਾਈਕ, ਮੈਂ ਕਿਉਂਕਿ ਮੈਂ ਖੁਦ ਹੀ ਸੋਚਿਆ ਸੀ, ਮੈਂ ਅੱਛਾ। ਸੋਚਿਆ ਕਿ ਮੈਂ ਇੱਕ ਲੈਣੀ ਹੈ, ਕੋਚਿੰਗ ਲੈਣੀ ਹੈ, ਮੈਂ 6 ਮਹੀਨੇ ਦਾ, ਸਾਲ ਦਾ ਕਮਿਟਮੈਂਟ ਕਰਾਂ, ਉਨੀ ਦੇਰ ਨੂੰ ਮੇਰੀ ਖੁਦ ਦੀ ਮੋਟੀਵੇਸ਼ਨ ਨਾ ਰਵੇ, ਹੋਰ ਬਹੁਤ ਬਿਲਕੁਲ। ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੁਹਾਡਾ ਕੋਈ ਫੈਮਿਲੀ ਫੰਕਸ਼ਨ ਆ ਗਿਆ, ਕੋਈ ਪ੍ਰੋਬਲਮ ਆ ਗਈ, ਤੁਹਾਨੂੰ ਕਿਤੇ ਜਾਣਾ ਪੈਂਦਾ, ਤੁਹਾਡੇ ਕੋਲ ਉਹਨਾਂ ਟਾਈਮ ਲਗਾਤਾਰ ਵੈਸੇ ਵੀ ਖੁਦ ਵੀ ਉਹਨਾਂ ਟਾਈਮ ਤੁਸੀਂ ਡੈਡੀਕੇਸ਼ਨ ਨਾਲ ਪੜ੍ਹਨਾ, ਮੋਟੀਵੇਸ਼ਨ ਨਾਲ ਪੜ੍ਹਨਾ, ਇਟਸ ਅ ਵੈਰੀ ਲੌਂਗ ਟਾਈਮ, 6 ਮਹੀਨੇ ਜਾਂ ਸਾਲ। ਸਹੀ ਕਹਿ ਰਹੇ ਹੋ। ਕੁਛ ਹਫਤੇ, ਲਾਈਕ not even like 1.5 month ਜਾਂ something, that's too fast. Again, if you are able to do it, well and good, Yes. no worries about it. But ਅਗਰ ਜਿੰਨੇ ਇੱਕ ਲੈਣਾ ਕਿ ਨਾ ਬਹੁਤ ਲੰਬਾ, ਕਿ ਬਹੁਤ ਲੰਬਾ ਕੋਈ ਕਮਿਟਮੈਂਟ ਨਹੀਂ ਕਰਨਾ ਹੈਗਾ, ਜਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਨਹੀਂ ਕਰਨਾ, FBNPC ਦਾ ਕੋਰਸ ਹੈ 3 months ਦਾ, I would say it is like ਖਤਮ ਵੀ ਹੋ ਜਾਂਦਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਐਂਡ ਯੂ ਆਰ ਲਾਈਕ ਹਾਂ ਮੈਂ ਇੰਨਾ ਕੁਝ ਗੇਨ ਕੀਤਾ ਥਰੂ ਆਊਟ ਦਿਸ ਜਰਨੀ। ਰਾਈਟ। ਸੋ ਸੋ ਜਤਿਨ ਤੁਹਾਨੂੰ ਕੋਈ ਚੇਂਜਸ ਮਹਿਸੂਸ ਹੋਏ ਸੀਗੇ? ਸੌਰੀ ਮੈਂ ਤੁਹਾਡੀ ਗੱਲ ਵਿੱਚ ਕੱਟੀ, ਤੁਸੀਂ ਕੰਟੀਨਿਊ ਕਰ ਸਕਦੇ ਹੋ। ਵਨ ਮੋਰ ਥਿੰਗ ਜੋ ਮੈਨੂੰ ਇਹ ਸੀ ਕਿ ਲਾਈਕ ਵਾਈਲ ਵੀ ਵਰ ਸਟੱਡਿੰਗ ਫਰਮ ਯੂ, ਕਾਫੀ ਸਾਰੇ ਉਹਨਾਂ ਵਿੱਚ ਇਹ ਹੁੰਦਾ ਕਿ ਬੈਚਸ ਵਿੱਚ ਬੱਚੇ ਬਹੁਤ ਜ਼ਿਆਦਾ ਹੁੰਦੇ ਆ, ਸੋ ਯੂ ਹੈਵ ਟੂ ਲਾਈਕ, being a teacher, you can't go too fast, you can't go too slow, because you have to think about all the students, right? Yes. So ਇਸ ਕੋਰਸ ਚ what I felt was ਕਿ ਇੱਕ steady speed ਸੀਗੀ, like those who were fast learners, I think I am part of those, ਤੇ we were not getting bored, but ਜਿਹੜੇ ਥੋੜੇ ਸਹਿਜੇ ਸਿੱਖਦੇ ਨੇ, who needs practice 1 or 2 times, they also weren't ਕਿ ਬਹੁਤ ਜ਼ਿਆਦਾ fast paced ਆ, we are not getting anything from it. So that was for me the best part throughout the course. I got the information, it was a steady speed at which I could learn and I could grasp the things. That is amazing. ਤੁਸੀਂ ਨਾ ਇਹ ਬੜਾ ਬਿਊਟੀਫੁਲੀ ਸ਼ਬਦਾਂ ਦੇ ਵਿੱਚ ਇਹਨੂੰ ਜਤਿਨ ਪਾਇਆ। ਮਤਲਬ ਤੁਸੀਂ ਕਹਿ ਸਕਦੇ ਹੋ ਕਿ FBNPC ਦਾ ਪ੍ਰੋਗਰਾਮ ਇੱਕ ਇਹੋ ਜੀ ਟ੍ਰੇਨ ਹੈ, ਹਰ ਬੰਦਾ ਉਹਨੂੰ ਫੜ ਸਕਦਾ, ਰਾਈਟ? ਭਾਵੇਂ ਉਹ ਫਾਸਟ ਭੱਜ ਕੇ ਚੜਨ ਵਾਲਾ ਹੈ, ਭਾਵੇਂ ਉਹ ਹੌਲੀ 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 ਕਰਕੇ ਚੜਨ ਵਾਲਾ, ਪਰ ਉਹ ਇਵੈਂਚੁਅਲੀ ਟ੍ਰੇਨ ਤੇ ਚੜ ਜਾਂਦਾ। That is beautifully you have put it into words. ਤੁਹਾਨੂੰ ਕੋਈ ਚੈਲੰਜਸ ਆਏ ਸੀਗੇ, ਜਾਂ ਜੋ ਤੁਸੀਂ ਜਿੱਦਾਂ ਨਰਸਿੰਗ ਇੰਡੀਆ ਦੇ ਵਿੱਚ ਕੀਤੀ ਸੀਗੀ ਵਰਸਸ ਹੇਅਰ, ਤੁਹਾਨੂੰ ਕੋਈ ਡਿਫਰੈਂਸ ਲੱਗਿਆ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਸੀਗੇ, ਜਾਂ ਇਟਸ ਲਾਈਕ pretty much the same thing what you have done in India? I would say pretty much the same. There are some differences. Then again, ਜਦੋਂ ਤੁਸੀਂ ਇੱਕ ਈਸਟਰਨ ਕੰਟਰੀ ਤੋਂ ਇੱਕ ਵੈਸਟਰਨ ਮਾਡਰਨਾਈਜ਼ ਕੰਟਰੀ ਚਾਹੁੰਦੇ ਹੋ, ਟੈਕਨੋਲੋਜੀਸ 'ਚ ਡਿਫਰੈਂਸ ਹੈ, ਥੋੜੇ ਜਿਹੜੀਆਂ ਇੰਟਰਵੈਂਸ਼ਨਸ ਡਿਫਰੈਂਸ ਹੈ, ਜੋ ਉੱਥੇ ਕਰਦੇ ਹੋ ਇੱਥੇ ਨਹੀਂ ਕਰਦੇ, ਜੋ ਇੱਥੇ ਕਰਦੇ ਹੋ ਉੱਥੇ ਨਹੀਂ ਯੂਜ਼ ਹੁੰਦੇ, ਬਟ ਪੋਪੂਲੇਸ਼ਨ ਡਾਇਨਾਮਿਕਸ ਨੂੰ ਇੱਕ ਧਿਆਨ 'ਚ ਰੱਖਦੇ ਹੋਏ, ਦੇਰ ਆਰ ਵੇਰੀਅਸ ਥਿੰਗਸ, ਬਟ ਬੇਸਿਕਸ ਸੇਮ ਨੇ, ਬੇਸਿਕਸ ਰਿਮੇਨ ਦ ਸੇਮ ਥਰੂ ਆਊਟ। ਸੋ ਮਤਲਬ ਤੁਸੀਂ ਇਹ ਕਹਿਣਾ ਚਾਹੋਗੇ ਜਿਹੜੇ ਇੰਡੀਆ ਵੀ ਬੈਠ ਕੇ ਤੁਹਾਨੂੰ ਸੁਣ ਰਹੇ ਨੇ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਐਨਕਲੈਕਸ ਐਗਜ਼ਾਮ ਤੋਂ, ਰਾਈਟ? ਇਦਾਂ ਨਹੀਂ ਹੈ ਕਿ ਕੋਈ ਬਹੁਤ ਵੱਡਾ ਹਊਆ ਆ ਗਿਆ ਜਿਸ ਤੋਂ ਤੁਹਾਨੂੰ ਮਤਲਬ ਕਿ ਘਬਰਾਉਣ ਦੀ ਲੋੜ ਹੈਗੀ ਆ। ਮੈਨੂੰ ਲੱਗ ਰਿਹਾ ਸੀ, ਮੈਨੂੰ ਖੁਦ ਵੀ ਬਹੁਤ ਡਰ ਲੱਗ ਰਿਹਾ ਸੀ, ਬਟ when I started the exam, I was calm. ਮੈਨੂੰ ਸੀ ਵੀ ਹਾਂ ਠੀਕ ਹੈ, ਜੋ ਮੈਂ ਸੋਚਿਆ ਸੀ ਪੇਪਰ ਹੋ ਜਾ ਨਹੀਂ ਹੈ, ਪੇਪਰ ਇਜ਼ ਰੀਅਲੀ ਰਿਲੈਕਸਿੰਗ, ਕੋਈ ਉਹਦੇ ਵਿੱਚ ਇੰਨਾ ਦਿਮਾਗ ਲਾਉਣਾ ਹੈ, ਬਟ ਆਰਾਮ ਨਾਲ ਸੋਚ ਕੇ ਜਵਾਬ ਦਿਓ ਐਂਡ ਇਟ ਗੋਜ਼ ਔਨ ਸਮੂਥਲੀ।
ਸੋ ਐਗਜ਼ਾਮ ਵਾਲੇ ਦਿਨ ਦੀਆਂ ਫੀਲਿੰਗਸ ਕੀ ਸੀਗੀਆਂ? ਮਤਲਬ ਜਿਸ ਦਿਨ ਐਗਜ਼ਾਮ ਦੇਣ ਜਾਣਾ ਹੁੰਦਾ ਹੈ ਤੇ ਉਦੋਂ ਉਸ ਦਿਨ ਤੁਸੀਂ ਉਹਨਾਂ ਨੂੰ ਕਿੱਦਾਂ ਕਾਮ ਡਾਊਨ ਕੀਤਾ ਜਾਂ ਵਾਟ ਸਟ੍ਰੈਟਜੀਜ਼ ਯੂ ਅਪਲਾਈਡ? ਕਿਉਂਕਿ ਜਿਹੜੇ ਵੀ ਪੋਡਕਾਸਟ ਹੁੰਦੇ ਨੇ ਉਹਨਾਂ ਨੂੰ ਮਤਲਬ ਬਹੁਤ ਅੱਛੀਆਂ ਲੱਗਦੀਆਂ ਨੇ ਜਦੋਂ ਸਟੂਡੈਂਟ ਆਪਣੀ ਆਪਣੀ ਸਟ੍ਰੈਟਜੀ ਸ਼ੇਅਰ ਕਰਦੇ ਆ। ਸੋ ਤੁਸੀਂ ਕੀ ਦੱਸਣਾ ਚਾਹੋਗੇ? ਸੋ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਆਈ ਸਟਾਪਡ ਲਾਈਕ ਸਟੱਡਿੰਗ ਇਨ ਦ ਆਫਟਰਨੂਨ ਔਰ ਈਵਨਿੰਗ ਲਾਈਕ ਅਰਾਊਂਡ 4। ਮੈਂ ਉਸ ਤੋਂ ਬਾਅਦ ਚੋਂ ਨਹੀਂ ਪੜ੍ਹਿਆ। ਆਈ ਵਾਸ ਲਾਈਕ Okay. ਇਹ ਤੋਂ ਬਾਅਦ ਚੋਂ ਮੈਂ ਜਿੰਨਾ ਵੀ ਆਪਣੇ ਦਿਮਾਗ 'ਚ ਪਾਊਂਗਾ ਇਟਸ ਲਾਈਕ ਗੋਇੰਗ ਓਵਰ ਮਾਈ ਹੈਡ ਉਹ ਰਿਟੇਨ ਨਹੀਂ ਰਹਿਣਾ। ਸੋ ਉਹ ਪੜ੍ਹ ਕੇ ਕੋਈ ਫਾਇਦਾ ਨਹੀਂ। ਆਈ ਹੈਵ ਡਨ ਦ ਪਾਰਟ। I have done my part where I have taken the information that I am going to give away in the exam. Yes. Rest, it's not in my hand. I'm not going to do anything about it. ਜੋ ਹੋ ਗਿਆ ਬਾਕੀ ਹੁਣ ਕੱਲ ਪੇਪਰ ਦਵਾਂਗੇ ਉਹ 'ਚ ਵੇਖਾਂਗੇ। That's the spirit. That's the spirit. ਪੇਪਰ ਵਾਲੇ ਦਿਨ ਕੋਈ ਘਬਰਾਹਟ ਹੋਈ ਸੀ, ਕੋਈ ਕੁਝ ਔਰ ਕੋਈ ਹੁਣ ਕਿਦਾਂ ਤੁਸੀਂ ਹੁੰਦੀ ਹੈ ਬ੍ਰੇਕਸ ਪੇਪਰ ਲਿੱਤੀਆਂ? ਵਾਲੇ ਦਿਨ ਘਬਰਾਹਟ। ਆਫ ਕੋਰਸ ਇਟਸ ਅ NCLEX ਐਗਜ਼ਾਮ। ਤੁਹਾਡੀ ਤੁਸੀਂ ਕੈਰੀਅਰ 'ਚ ਪੈ ਰਹੇ ਹੋ, ਲਾਈਫ ਚੇਂਜਿੰਗ ਐਗਜ਼ਾਮ ਹੈ। ਬਿਲਕੁਲ। ਨਰਵਸਨੈਸ ਹੁੰਦੀ ਹੈ, ਜਾਇਜ਼ ਹੈ। ਬਟ ਵਾਂਸ ਯੂ ਸਟਾਰਟ ਦ ਐਗਜ਼ਾਮ ਇੱਕ ਵਾਰੀ ਉਹ ਫੇਜ਼ ਨਿਕਲ ਜਾਏ ਇਟਸ ਆਲ ਗੁੱਡ। That is so true. That is so true. So, ਜਤਨ ਜੋ ਤੁਹਾਨੂੰ ਸਾਰੇ ਸੁਣ ਰਹੇ ਨੇ, ਖਾਸ ਕਰਕੇ ਮੁੰਡੇ, ਹੈਨਾ, ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ? ਮੁੰਡਿਆਂ ਲਈ ਮੇਰਾ ਮੈਸੇਜ ਇਹੀ ਹੈ ਕਿ all of the people ਜਿਹੜੇ ਇੱਥੇ ਆ ਰਹੇ ਆ or even if they are in any other country or even if they are in India, ਤੁਸੀਂ profession 'ਚ ਆਏ ਹੋ, stay in the profession। Yes. ਹਾਂ ਤੁਹਾਨੂੰ work put in ਕਰਨਾ ਪਏਗਾ but that's in every profession। you put in the work, you will get the results। that's same for anything you do, you have to put in the work। हाँ there will be people who can make fun of you but Yes, that will also be in all the professions। that is true. ਇੱਥੇ ਜੈਂਡਰ ਬੇਸ ਫਨ ਬਣ ਸਕਦਾ, ਬਾਕੀ profession 'ਚ ਕਿਸੇ ਹੋਰ ਚੀਜ਼ ਦੇ basis ਤੇ ਬਣ ਸਕਦਾ। ਇੱਥੇ ਬਸ ਇੱਕ ਤੁਹਾਡੇ ਜੈਂਡਰ ਬੇਸ ਤੇ ਬਣ ਸਕਦਾ। there's ਹੋਰ ਕਿਸੇ basis ਤੇ ਤੁਹਾਡਾ ਫਨ ਬਣਾ ਨਹੀਂ ਸਕਦੇ ਲੋਕੀ। actually this is just one thing that they can use against you। ਅੱਛਾ, ਔਰ ਇਹ ਵੀ ਤੁਸੀਂ ਇਹਨਾਂ ਨੂੰ ਕਹਿਣਾ ਚਾਹੋਗੇ ਕਿ ਅਗਰ ਜੋ ਫਨ ਵਾਲਾ ਪਾਰਟ ਆਂਦਾ ਵੀ ਹੈ ਜੇ ਕੋਈ ਤੁਹਾਡਾ ਮਜ਼ਾਕ ਵੀ ਉਡਾਉਂਦਾ ਹੈ, ਮੋਸਟ ਆਫ ਦਾ ਟਾਈਮ ਦਿਸ ਇਜ਼ ਕਾਈਂਡ ਆਫ ਵਿਦਨ ਕਮਿਊਨਿਟੀ ਓਰੀਜਿਨੇਟਡ। ਮਤਲਬ ਕਿਉਂ, yes ਜੇ ਆਪਾਂ ਗੱਲ ਕਰੀਏ ਕੈਨੇਡੀਅਨ ਪੋਪੂਲੇਸ਼ਨ ਦੀ, ਹੈ ਨਾ, ਕਿ ਜਿੱਦਾਂ ਕੈਨੇਡੀਅਨ ਆਪਣੇ ਜਿਹਨੂੰ ਆਪਾਂ ਸਰਵ ਕਰਨਾ ਹੈ ਨਾ, ਤੇ ਉਹਨਾਂ ਦਾ ਜਿਹੜਾ ਮਿਜ਼ਾਜ ਹੈ ਜਾਂ ਜਿਹੜਾ ਉਹ ਨਰਸਿੰਗ ਬਾਰੇ ਸੋਚਦੇ ਆ, ਦੇ ਥਿੰਕ ਵੈਰੀ ਹਾਈਲੀ। yeah So that's why nursing is paid very high here, and you know nurses make, as I said, ਕਿ ਨਰਸਾਂ ਕੋਲ ਵੀ ਬਹੁਤ ਵੱਡੇ ਵੱਡੇ ਘਰ ਹੈ ਤੇ ਗੱਡੀਆਂ, ਜਿਹੜੇ ਖਾਸ ਕਰਕੇ ਮੈਂ ਉਹਨਾਂ ਨੂੰ ਦੱਸ ਰਹੀ ਹਾਂ ਕਿ ਜਿਹੜੇ ਉੱਥੇ ਸੁਣ ਰਹੇ ਨੇ ਬੈਠ ਕੇ, ਰਾਈਟ? ਸੋ ਨਰਸਿੰਗ ਇਜ਼ ਨਾਟ what you see it as in India. It's very, very different. Is that correct, Jatin? that is correct। ਉਹ ਵੀ ਕਿਉਂ ਹੈ, ਤੁਸੀਂ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਕਿ ਉਸ ਚੀਜ਼ ਨਾਲ ਉਹਨੂੰ ਵੇਖਦੇ ਹੋ, ਉਹਨੂੰ ਉੱਥੇ ਹੀ ਵੇਖਦੇ ਆ ਬਿਕੋਜ਼ ਪੀਪਲ ਦਾ ਉਹਨਾਂ ਸਾਰੇ ਲੋਕਾਂ ਦਾ ਇੱਕ ਪਰਸਪੈਕਟਿਵ ਬਣਿਆ ਹੋਇਆ। ਹਾਂਜੀ, ਉਹ ਬਿਲਕੁਲ। ਪਰਸਪੈਕਟਿਵ ਸਿਰਫ ਉਨ ਲੋਕਾਂ ਦਾ, ਓਨਲੀ ਅ ਲਿਟਲ ਗਰੁੱਪ ਆਫ ਪੀਪਲ। Yes. that also I won't say ਕਿ ਪੂਰੇ ਪੰਜਾਬ ਦਾ ਉਹੀ ਪਰਸਪੈਕਟਿਵ ਹੈ, ਓਨਲੀ ਅ ਲਿਟਲ ਗਰੁੱਪ ਆਫ ਪੀਪਲ Little ਬਿਕੋਜ਼ group of people. Yes. ਮੈਂ ਹੁਣੀ ਬੈਚਲਰਸ ਕੀਤੀ ਹੈ ਇਨ ਆਰ ਕਾਲਜ। ਇਨ ਆਰ ਜੂਨੀਅਰਸ ਵੀ ਹੈਵ ਬॉयਜ਼। Yes. ਸਾਡੇ ਜੂਨੀਅਰ ਸੀਗੇ, ਸਾਡੇ ਸੀਨੀਅਰ ਸੀਗੇ, ਵੀ ਯੂਜ਼ਡ ਟੂ ਹੈਵ ਬॉयਜ਼। ਹਾਂ ਇਨ ਦ ਹੋਲ ਕਲਾਸ ਕੁੜੀਆਂ ਦੇ ਰਿਲੇਟਿਵਲੀ, ਕੁੜੀਆਂ ਤੋਂ ਰਿਲੇਟਿਵਲੀ ਘੱਟ ਹੁੰਦੇ ਸੀਗੇ ਬਟ ਸਟਿਲ ਆਣੇ ਸ਼ੁਰੂ ਹੋ ਗਏ ਸੀ। ਸੋ ਆਣੇ ਬॉयਜ਼ ਸ਼ੁਰੂ ਹੋ ਆਰ ਗਏ। ਕਮਿੰਗ ਇਨਟੂ ਦ profession। boys are starting to work as RNs। You will see them on Instagrams and on Snapchats, on social media। Yes. They are starting to post things। People are really seeing what nursing is, even if it's like in Canada or Australia or New Zealand, if they are seeing Yes. it, but they are seeing nursing for what it really is। Yes. And It has Jatin, I must say you are a true inspiration, you know, कि जिन्हों ने हुने ही recently graduate होके, and this is the biggest thing, you know, getting an RN title is not easy, believe me। I have taught people who have struggled for 20, 24 plus years to get into this profession, right? So coming in this profession at such a young age is a beautiful achievement, you know, you have done। So मैं जतिन, ਮੈਨੂੰ ਲੱਗਦਾ ਕਿ ਤੁਸੀਂ ਨਾ ਕੱਲੇ ਇੱਥੇ ਤੱਕ ਨਹੀਂ ਰੁਕਣਾ, ਤੁਹਾਡੀ ਜਰਨੀ ਨਾ ਅੱਗੇ ਤੱਕ ਜਾਣੀ ਹੈ, ਤੇ ਤੁਸੀਂ ਨਰਸ ਪ੍ਰੈਕਟੀਸ਼ਨਰ ਬਣਨ ਬਾਰੇ ਅੱਗੇ ਸੋਚ ਲਿਆ ਹੋਇਆ ਆਲਰੇਡੀ ਕਿ ਨਹੀਂ? सोचा हुआ है। We'll do that for Will sure do। in near Yes। future। Yes। No, you're one of my very smart students, you know। I ਕਿਉਂਕਿ ਤੁਹਾਨੂੰ ਪਤਾ ਚੱਲ ਜਾਂਦਾ ਕਿ you know ਕਿ somebody is going to go way more further, right? So nurse practitioner ਤੇ ਵੀ ਆਪਾਂ podcast ਕਰਾਂਗੇ ਤਾਂ ਕਿ ਆਪਣੇ ਸਾਰੇ students ਨੂੰ information ਮਿਲ ਸਕੇ, you know ਕਿ how to become a nurse practitioner and all that stuff। Sure So thing। ਤੁਹਾਡੇ ਘਰਦਿਆਂ ਦਾ ਕੀ reaction ਰਿਹਾ and ਸਾਰਿਆਂ ਦਾ ਜਿਹੜੇ ਹੁਣ ਤੁਹਾਨੂੰ podcast ਤੇ ਸੁਣਨਗੇ? I'm pretty sure they are very proud of you। ਤੇ
ਕੀ ਕਿਹਾ ਉਹਨਾਂ ਨੇ ਹੋਰ? ਪੇਰੈਂਟਸ ਵਰ ਰੀਅਲੀ ਪ੍ਰਾਊਡ। ਉਹਨਾਂ ਨੂੰ ਹੁਣ ਇਹ ਹੈ ਕਿ ਦੇ ਡੋਂਟ ਹੈਵ ਟੂ ਵਰੀ। ਯੈਸ। ਵਰੀ ਵਾਲਾ ਫੇਜ਼ ਇੱਕ ਨਿਕਲ ਗਿਆ। ਨਾਓ ਜਸਟ ਦੇ ਹੈਵ ਟੂ ਇਜ਼ ਕਿ ਹਾਂ ਬਾਰ ਹੈ, ਸੈਟ ਹੈ, ਬਿਕॉज it's not just regarding RN or NCLEX. It also helps you like starting the life which you have come to start here. ਯੈਸ। ਇਹ ਸਿਰਫ ਇੱਕ ਕੈਰੀਅਰ ਵਾਈਜ਼ ਨਹੀਂ ਤੁਹਾਨੂੰ ਹੈਲਪ ਕਰਦਾ। this helps you make a personality. this helps you get things, get ਰੁਤਬਾ ਦਿੰਦਾ ਤੁਹਾਨੂੰ ਇੱਥੇ ਬਿਲਕੁਲ ਕੈਨੇਡਾ ਜਾ ਕੇ। ਇਟਸ ਬਿਲਕੁਲ ਨਾਟ ਜਸਟ ਕਿ ਸਿਰਫ ਇੱਕ ਕੈਰੀਅਰ ਹੈ। ਇਟ ਹੈਲਪਸ ਯੂ ਇਨ ਮੈਨੀ ਅਦਰ ਥਿੰਗਸ। ਓਵਰਆਲ ਡਿਵੈਲਪਮੈਂਟ ਹੈ ਤੁਹਾਡੀ, ਹੈ ਨਾ? ਓਵਰਆਲ ਓਵਰਆਲ ਡਿਵੈਲਪਮੈਂਟ। ਡਿਵੈਲਪਮੈਂਟ ਹੈ। ਤੁਸੀਂ ਕਿਤੇ ਬਾਹਰ ਅੰਦਰ ਜਾਓਗੇ, ਯੂ ਗੋ ਟੂ ਰੈਸਟੋਰੈਂਟਸ, ਯੂ even if you have to get a house, ਯੈਸ। anything you have to get, they ask you what you do, you tell them you are an RN, you will see the change that you will see the change how they treat you. ਇਹ ਬਿਲਕੁਲ ਤੁਸੀਂ ਸਹੀ ਕਿਹਾ। ਐਂਡ ਜਿਹੜੇ ਪੋਡਕਾਸਟ ਸੁਣ ਰਹੇ ਨੇ ਸਾਨੂੰ ਕਮੈਂਟਸ ਦੇ ਵਿੱਚ ਵੀ ਜ਼ਰੂਰ ਦੱਸਣਾ। ਬਿਲਕੁਲ ਸਹੀ ਗੱਲ ਹੈ। ਜੇ ਤੁਸੀਂ ਨਰਸਿਸ ਹੋ ਨਾ ਤੇ ਤੁਸੀਂ ਜਾਓ ਆਪਣੇ ਮੌਰਗੇਜ ਕਰਾਉਣ ਤੇ ਆਪਣੀ ਕਾਰ ਦੀ ਇੰਸ਼ੋਰੈਂਸ ਕੁਝ ਵੀ ਲੈਣ, ਹੈ ਨਾ? ਨਵੀਂ ਗੱਡੀ ਵੀ ਤੁਸੀਂ ਕਢਾਣੀ ਆ, ਉਹਨਾਂ ਨੇ ਚੁੱਪ ਕਰਕੇ ਕਰ ਦਿੰਦੀ ਹੈ ਕਿ ਆ ਚਲੋ ਬਈ ਨਰਸ ਹੈ, ਦੈਟਸ ਇਟ, ਗੱਲ ਖਤਮ ਹੋ ਗਈ, ਰਾਈਟ? ਸੋ ਦਿਸ ਇਜ਼ ਹਾਊ ਬਿਊਟੀਫੁਲ ਦਿਸ ਪ੍ਰੋਫੈਸ਼ਨ ਇਜ਼। ਸੋ Yes. Jatin, any last message you want to give to our audience? Last message, nursing is relatively a young profession, Yes. and we as boys and also girls have started coming into this, and I see it going way beyond the nursing that was initially there. This is developing and it will go way higher. That is so true. And Jatin, again, that's a beautiful message. In Nightingale ਤੇ ਜ਼ਮਾਨੇ ਤੋਂ ਸ਼ੁਰੂ ਹੋਇਆ ਸੀਗਾ, ਹੈ ਨਾ? ਜਦੋਂ ਉਹ ਇੱਕ wounded soldiers ਦੀ ਸਿਰਫ ਉਹ ਕੇਅਰ ਕਰਨ ਵਾਸਤੇ ਲੈ ਕੇ ਗਏ ਸੀਗੇ, ਉੱਥੋਂ ਇਹ profession ਸ਼ੁਰੂ ਹੋਇਆ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ। ਹੁਣ ਕਿੱਥੇ ਅੱਗੇ ਤੱਕ progress ਕਰ ਰਿਹਾ, ਰਾਈਟ? ਹੁਣ ਆਪਣੇ ਵਿੱਚ nurse practitioners ਵੀ ਆ ਗਈਆਂ, ਹੁਣ ਮੁੰਡੇ ਵੀ ਬਹੁਤ ਸਾਰੇ ਜਿਹੜੇ ਨੇ ਇਸ profession ਦੇ ਵਿੱਚ ਆ ਰਹੇ ਨੇ। And you are so right, it's such a dynamic profession ਕਿ it's gonna keep on evolving and it's gonna become more and more beautiful every single day. So ਜੇ ਤੁਸੀਂ ਸੁਣ ਰਹੇ ਹੋ ਨਾ ਤੇ ਪਲੀਜ਼ ਘਬਰਾਇਓ ਨਾ, ਨਰਸਿੰਗ ਛੱਡ ਕੇ ਟਰੱਕ ਦਾ ਲਾਇਸੈਂਸ ਨਹੀਂ ਲੈਣਾ ਨਾ, ਓਕੇ? ਤੇ ਜਿਸ ਜਤਿਨ ਨੇ ਤਾਂ ਹੀ ਸਾਡੇ ਲਈ ਇੰਨਾ ਟਾਈਮ ਕੱਢਿਆ ਅੱਜ ਆਪਣੇ ਸ਼ਡਿਊਲ ਚੋਂ ਐਂਡ ਸਾਡੇ ਨਾਲ ਆ ਕੇ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਕਿ ਤੁਹਾਨੂੰ ਇਨਸਪੀਰੇਸ਼ਨ ਮਿਲ ਸਕੇ, ਰਾਈਟ? ਸੋ ਜੇ ਤੁਸੀਂ ਇੰਡੀਆ 'ਚ ਨਰਸ ਸੀਗੇ, ਘਬਰਾਓ ਨਾ ਮੁੰਡਿਓ, ਖਾਸ ਕਰਕੇ, ਤੇ ਆ ਜਾਓ ਵਾਪਸ ਨਰਸਿੰਗ ਦੇ ਵਿੱਚ। ਇਸ ਤਰ੍ਹਾਂ ਯੂ ਕੈਨ ਲਵ ਦਿਸ ਪ੍ਰੋਫੈਸ਼ਨ। ਸੋ ਜਤਿਨ, ਥੈਂਕ ਯੂ ਸੋ ਮਚ ਸਾਰੀਆਂ ਗੱਲਾਂ ਬਾਤਾਂ ਲਈ, ਐਂਡ ਆਈ ਵਿਸ਼ ਯੂ ਗੁੱਡ ਲੱਕ ਇਨ ਯੋਰ ਜਰਨੀ ਐਜ਼ ਅ ਰਜਿਸਟਰਡ ਨਰਸ। ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਕਰੀਬ ਬ੍ਰੈਂਪਟਨ ਦੇ ਵਿੱਚ। Thank you for having me here. Yeah, sure. All right, take care.